ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ ਕੰਸਟਰਕਸ਼ਨਸ। ਇਸੇ ਅਧਿਆਇ ਦੇ ਉੱਤੇ ਆਧਾਰਿਤ ਅਸੀਂ ਪਹਿਲਾਂ 2 ਲੈਕਚਰ ਜਿਹੜੇ ਲਗਾ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਰਚਨਾਵਾਂ ਨੂੰ ਕਿਵੇਂ ਕਰਨਾ ਹੈ ਤੇ ਕਿਵੇਂ ਉਹਨਾਂ ਦੇ ਰਚਨਾ ਦੇ ਪੱਗ ਲਿਖਣੇ ਨੇ ਉਹਦੇ ਬਾਰੇ ਸਿੱਖ ਚੁੱਕੇ ਹਾਂ। ਅੱਜ ਦੇ ਇਸ ਲੈਸਨ ਦੇ ਵਿੱਚ ਵੀ ਅਸੀਂ ਰਚਨਾਵਾਂ ਜਿਹੜੀਆਂ ਨਵੀਆਂ ਕਰਾਂਗੇ, ਜਿਵੇਂ ਦਿੱਤੇ ਹੋਏ ਆਧਾਰ, ਇੱਕ ਆਧਾਰ ਦਾ ਕੋਣ ਅਤੇ ਬਾਕੀ 2 ਭੁਜਾਵਾਂ ਦੇ ਜੋੜ ਤੋਂ ਤ੍ਰਿਭੁਜ ਦੀ ਰਚਨਾ ਕਰਨਾ। ਠੀਕ ਹੈ, ਤਾਂ ਆਓ ਦੇਖਦੇ ਹਾਂ ਅਸੀਂ ਸਭ ਤੋਂ ਪਹਿਲੀ ਰਚਨਾ ਰਚਨਾ 11.4। ਸੋ ਵਿਦਿਆਰਥੀਓ, ਰਚਨਾ 11.4 ਸਾਡੇ ਕੋਲ ਹੈ ਦਿੱਤੇ ਹੋਏ ਆਧਾਰ, ਇੱਕ ਆਧਾਰ ਦਾ ਕੋਣ ਅਤੇ ਬਾਕੀ 2 ਭੁਜਾਵਾਂ ਦੇ ਜੋੜ ਤੋਂ ਤ੍ਰਿਭੁਜ ਦੀ ਰਚਨਾ ਕਰਨਾ। ਪਹਿਲਾਂ ਆਪਾਂ ਇਸ ਗੱਲ ਨੂੰ ਸਮਝ ਲਈਏ ਦਾ ਕੀ ਮਤਲਬ ਹੈ। ਭਾਵ ਕਿ ਸਾਨੂੰ ਤ੍ਰਿਭੁਜ ਦੇ ਵਿੱਚ ਇੱਕ ਆਧਾਰ ਜਿਹੜਾ ਹੈ ਉਹ ਦਿੱਤਾ ਹੋਏਗਾ, ਇਹਦੀ ਲੰਬਾਈ ਸਾਨੂੰ ਦਿੱਤੀ ਹੋਏਗੀ। ਉਸ ਤੋਂ ਬਾਅਦ ਇਸ ਆਧਾਰ ਦੇ ਉੱਤੇ ਚਾਹੇ ਇਸ ਬਿੰਦੂ ਤੇ ਜਾਂ ਇਸ ਬਿੰਦੂ ਤੇ ਇੱਕ ਕੋਣ ਦਾ ਮਾਪ ਵੀ ਸਾਨੂੰ ਦਿੱਤਾ ਹੋਏਗਾ। ਠੀਕ ਹੈ, ਮੰਨ ਲਓ ਕਿ ਇਸ ਕੋਣ ਦਾ ਮਾਪ ਜਿਹੜਾ ਸਾਨੂੰ ਦਿੱਤਾ ਹੋਇਆ, ਠੀਕ ਹੈ, ਇਹ ਕੋਣ ਸਾਨੂੰ 30 ਡਿਗਰੀ 60 ਡਿਗਰੀ 75 ਡਿਗਰੀ ਜਿੰਨਾ ਵੀ ਦਿੱਤਾ ਹੋ ਸਕਦਾ ਹੈ, ਅਤੇ ਬਾਕੀ 2 ਭੁਜਾਵਾਂ ਦੇ ਜੋੜ ਤੋਂ ਤ੍ਰਿਭੁਜ ਦੀ ਰਚਨਾ ਕਰਨੀ। ਭਾਵ ਕਿ ਅਗਰ ਇਹ ਮੇਰੇ ਕੋਲ ਭੁਜਾ BC ਹੈ, ਜਿਹੜਾ ਕਿ ਆਧਾਰ ਹੈ, ਇਹ ਆਧਾਰ ਦਿੱਤਾ ਹੋਇਆ, ਇਹ ਕੋਣ ਦਿੱਤਾ ਹੋਇਆ ਆਧਾਰ ਦੇ ਉੱਤੇ। ਉਸ ਤੋਂ ਬਾਅਦ ਦੂਜੀਆਂ ਜਿਹੜੀਆਂ ਦੋਨੋਂ ਭੁਜਾਵਾਂ ਨੇ ਉਹਨਾਂ ਦਾ ਜੋੜ ਸਾਨੂੰ ਦਿੱਤਾ ਹੋਇਆ। ਮੰਨ ਲਓ ਕਿ ਅਗਰ ਇਹ ਸਾਡੇ ਕੋਲ ਸਿਖਰ A ਹੈ, ਤਾਂ AB ਤੇ AC ਦਾ ਜੋੜ ਸਾਨੂੰ ਦਿੱਤਾ ਹੋਇਆ, BC ਆਧਾਰ ਦਿੱਤਾ ਹੋਇਆ ਤੇ ਇੱਕ ਕੋਣ ਆਧਾਰ ਦਾ ਦਿੱਤਾ ਹੋਇਆ। ਤਾਂ ਇਸ ਢੰਗ ਦੇ ਨਾਲ ਤ੍ਰਿਭੁਜ ਦੀ ਅਸੀਂ ਰਚਨਾ, ਇਸ ਜਾਣਕਾਰੀ ਦੇ ਨਾਲ ਅਸੀਂ ਤ੍ਰਿਭੁਜ ਦੀ ਰਚਨਾ ਕਿਵੇਂ ਕਰ ਸਕਦੇ ਹਾਂ ਉਹ ਅਸੀਂ ਸਿੱਖਾਂਗੇ। ਠੀਕ ਹੈ, ਸੋ ਇੱਕ ਤ੍ਰਿਭੁਜ ABC ਵਿੱਚ ਆਧਾਰ BC, ਇੱਕ ਆਧਾਰ ਦਾ ਕੋਣ B ਅਤੇ ਬਾਕੀ 2 ਭੁਜਾਵਾਂ ਦਾ ਜੋੜ AB ਜਮਾ AC ਦਿੱਤਾ ਗਿਆ ਹੈ। ਤੁਹਾਨੂੰ ਤ੍ਰਿਭੁਜ AB ਦੀ ਰਚਨਾ ਕਰਨੀ ਹੈ। ਸੋ ਵਿਦਿਆਰਥੀਓ, ਆਓ ਸਭ ਤੋਂ ਪਹਿਲਾਂ ਅਸੀਂ ਰਚਨਾ ਜਿਹੜੀ ਦੇਖਦੇ ਹਾਂ, ਦਿੱਤੀ ਹੋਈ ਜਾਣਕਾਰੀ ਤੋਂ ਕਿਵੇਂ ਅਸੀਂ ਤ੍ਰਿਭੁਜ ABC ਦੀ ਰਚਨਾ ਕਰਨੀ ਹੈ ਉਹ ਅਸੀਂ ਦੇਖਾਂਗੇ। ਠੀਕ ਹੈ, ਤਾਂ ਰਚਨਾ ਤੋਂ ਬਾਅਦ ਅਸੀਂ ਰਚਨਾ ਦੇ ਪੱਗ ਜਿਹੜੇ ਇੱਕ ਇੱਕ ਕਰਕੇ ਲਿਖਾਂਗੇ। ਤਾਂ ਆਓ ਦੇਖਦੇ ਹਾਂ ਰਚਨਾ। ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਆਧਾਰ ਜਿੰਨਾ ਵੀ ਸਾਨੂੰ ਦਿੱਤਾ ਹੋਇਆ ਹੈ ਸਵਾਲ ਦੇ ਵਿੱਚ ਉਹ ਅਸੀਂ ਖਿੱਚਾਂਗੇ। ਠੀਕ ਹੈ, ਮੰਨ ਲਓ ਕਿ ਸਾਨੂੰ BC ਆਧਾਰ ਜਿਹੜਾ ਹੈ ਉਹ ਦਿੱਤਾ ਹੋਇਆ, ਉਹਦੀ ਜੋ ਜਿੰਨੀ ਵੀ ਲੰਬਾਈ ਸਾਨੂੰ ਦਿੱਤੀ ਹੋਏਗੀ ਉਹ ਅਸੀਂ ਖਿੱਚ ਲਵਾਂਗੇ ਇੱਥੇ। ਠੀਕ ਹੈ, ਤਾਂ ਇਹਦਾ ਨਾਮ ਅਸੀਂ ਇੱਥੇ BC ਰੱਖ ਦਿੰਦੇ ਹਾਂ। ਇਸ ਤੋਂ ਬਾਅਦ ਆਧਾਰ ਦੇ ਨਾਲ ਜਿਹੜਾ ਆਧਾਰ ਦੇ ਉੱਤੇ ਸਾਨੂੰ ਕੋਣ ਦਿੱਤਾ ਹੋਇਆ, ਉਹ ਕੋਣ ਅਸੀਂ ਬਿੰਦੂ B ਦੇ ਉੱਤੇ ਬਣਾ ਦਿਆਂਗੇ। ਸੋ B ਤੋਂ ਅਸੀਂ ਇੱਕ BX ਜਿਹੜੀ ਕਿਰਨ ਹੈ ਉਹ ਖਿੱਚਾਂਗੇ। ਠੀਕ ਹੈ, ਇਹ BX ਕੋਣ ਆਪਣੇ ਕੋਲ BC ਦੇ ਨਾਲ ਆਧਾਰ ਦੇ ਨਾਲ ਇੱਥੇ BX ਕਿਰਨ ਜਿਹੜੀ ਹੈ ਉਹ ਆਧਾਰ ਦੇ ਨਾਲ ਦਿੱਤਾ ਹੋਇਆ ਕੋਣ ਜਿਹੜਾ ਉਹ ਬਣਾਏਗੀ। ਠੀਕ ਹੈ, ਇਸ ਰਚਨਾ ਦੇ ਵਿੱਚ ਅਸੀਂ ਜਿਹੜੀਆਂ ਲੰਬਾਈਆਂ ਜਾਂ ਕੋਣ ਉਹ ਬਿਨਾਂ ਮਾਪ ਤੋਂ ਹੀ ਲਵਾਂਗੇ। ਇਸ ਤੋਂ ਬਾਅਦ ਜਿਹੜੀ ਅਸੀਂ ਉਦਾਹਰਨ ਇੱਕ ਕਰਾਂਗੇ ਉਹਦੇ ਵਿੱਚ ਹਰ ਇੱਕ ਭੁਜਾ ਦੀ, ਹਰ ਇੱਕ ਕੋਣ ਦਾ ਜਿਹੜਾ ਮਾਪ ਹੈ ਉਹ ਸਾਨੂੰ ਦਿੱਤਾ ਹੋਏਗਾ ਪ੍ਰੋਪਰ, ਅਸੀਂ ਉਹਦੀ ਵਰਤੋਂ ਕਰਾਂਗੇ। ਠੀਕ ਹੈ, ਤਾਂ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਦੂਸਰੀਆਂ ਦੋਨੋਂ ਭੁਜਾਵਾਂ AB ਅਤੇ AC ਦਾ ਜੋੜ ਜਿੰਨਾ ਵੀ ਸਾਨੂੰ ਦਿੱਤਾ ਹੋਏਗਾ ਉਹਨਾਂ ਦਾ ਜਿੰਨਾ ਜੋੜ ਹੈ ਉਨਾ ਲੰਬਾ ਅਸੀਂ ਇੱਕ ਰੇਖਾ ਖੰਡ ਜਿਹੜਾ ਹੈ ਉਹ BX ਕਿਰਨ ਦੇ ਵਿੱਚੋਂ ਕੱਟ ਲਵਾਂਗੇ। ਠੀਕ ਹੈ, ਮੰਨ ਲਓ ਕਿ ਸਾਡੇ ਕੋਲ ਜਿਹੜਾ ਰੇਖਾ ਖੰਡ ਦੀ ਲੰਬਾਈ ਹੈ ਉਹ ਇਹ ਅਸੀਂ ਖਿੱਚ ਲਈਏ। ਠੀਕ ਹੈ, ਤਾਂ ਇਹ ਜਿਹੜਾ ਬਿੰਦੂ ਹੈ ਇਹਨੂੰ ਅਸੀਂ ਬਿੰਦੂ D ਮੰਨ ਲੈਂਦੇ ਹਾਂ। ਠੀਕ ਹੈ, BD ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ ਭੁਜਾ AB ਤੇ AC ਦੋਨਾਂ ਦੇ ਜੋੜ ਦੇ ਬਰਾਬਰ ਹੈ। ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, D ਨੂੰ C ਦੇ ਨਾਲ ਮਿਲਾਉਣਾ ਹੈ। ਠੀਕ ਹੈ, D ਨੂੰ C ਦੇ ਨਾਲ ਮਿਲਾਉਣ ਤੋਂ ਬਾਅਦ ਬਿੰਦੂ D ਤੇ ਇੱਥੇ ਜਿੰਨਾ ਕੋਣ ਬਣ ਰਿਹਾ, ਕੋਣ BDC ਜਿੰਨਾ ਵੀ ਕੋਣ ਬਣ ਰਿਹਾ, ਇਸੇ ਹੀ ਕੋਣ ਦੇ ਬਰਾਬਰ ਅਸੀਂ ਕੋਣ DCY ਖਿੱਚਾਂਗੇ। ਠੀਕ ਹੈ, ਜਿੰਨਾ ਕੋਣ ਇੱਥੇ ਹੈ ਉਨਾ ਹੀ ਕੋਣ ਅਸੀਂ CD ਰੇਖਾ ਖੰਡ ਦੇ ਨਾਲ C ਬਿੰਦੂ ਤੇ ਬਣਾਵਾਂਗੇ।
ਬਰਾਬਰ ਕੋਣ ਅਸੀਂ ਪ੍ਰਕਾਰ ਦੀ ਮਦਦ ਦੇ ਨਾਲ ਬਣਾ ਸਕਦੇ ਹਾਂ। ਉਨੇ ਹੀ ਮਾਪ ਦੀ ਚਾਪ ਜਿਹੜੀ ਅਸੀਂ ਇੱਧਰ ਵੀ ਲਗਾਵਾਂਗੇ। ਠੀਕ ਹੈ, ਮੈਨੂੰ ਉਮੀਦ ਹੈ ਕਿ ਬਰਾਬਰ ਕੋਣ ਬਣਾਉਣ ਦੀ ਵਿਧੀ ਜਿਹੜੀ ਉਹ ਤੁਹਾਨੂੰ ਜ਼ਰੂਰ ਆਉਂਦੀ ਹੋਏਗੀ। ठीक है, तो C तो जी असी किरण है इत्थे CY खिंची है जिहड़ा कि उन्ना ही कोण CD दे नाल बना रही है जिन्ना कोण साडे कोल BDC दा माप है। किरण CY BD भुजा नूं जिस बिंदु ते कट रही है उसका नाम असी A रख देवांगे। ठीक है, AC ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ AD ਦੇ ਬਰਾਬਰ ਹੋ ਜਾਏਗੀ। ਕਿਉਂ? ਕਿਉਂਕਿ ਇਸ ਤ੍ਰਿਭੁਜ ਦੇ ਵਿੱਚ ਦੋ ਕੋਣ ਸਮਾਨ ਨੇ ਸਾਡੇ ਕੋਲ। ਇਹ ਦੋ ਕੋਣ ਸਮਾਨ ਨੇ ਤਾਂ ਦੋਨੋਂ ਕੋਣਾਂ ਦੇ ਸਾਹਮਣੇ ਵਾਲੀਆਂ ਭੁਜਾਵਾਂ ਵੀ ਆਪਸ ਦੇ ਵਿੱਚ ਸਮਾਨ ਹੋਣਗੀਆਂ। ਸੋ ABC ਤ੍ਰਿਭੁਜ ਜਿਹੜੀ ਇਹ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ। ਸੋ ਵਿਦਿਆਰਥੀਓ, ਇਸ ਤਰ੍ਹਾਂ ਦਿੱਤੇ ਹੋਏ ਆਧਾਰ, ਇੱਕ ਆਧਾਰ ਦਾ ਕੋਣ ਅਤੇ ਬਾਕੀ ਦੋ ਭੁਜਾਵਾਂ ਦਾ ਜੋੜ ਅਗਰ ਦਿੱਤਾ ਹੈ ਤਾਂ ਉਸ ਤੋਂ ਤ੍ਰਿਭੁਜ ਦੀ ਰਚਨਾ ਇਸ ਢੰਗ ਦੇ ਨਾਲ ਅਸੀਂ कर सकते हैं। हुण असी रचना दे पग है वो सारे लिखांगे तो उस तो बाद असी एक उदाहरण दे नाल भी इस रचना नूं होर चंगे ढंग दे नाल समझण दा यतन करांगे। सब तो पहला नंबर 1, हुण इहदे विच असी ये मन के चलते हाँ कि सानूं त्रिभुज जी ABC का आधार BC वो दिता गया है, कोण B सानू दिता गया है ਅਤੇ AB ਤੇ AC ਇਹਨਾਂ ਦੋਨਾਂ ਦਾ ਜੋੜ ਵੀ ਦਿੱਤਾ ਗਿਆ ਹੈ। ठीक है, तो ਇਹਦੇ ਵਿੱਚ ਜੋ ਰਚਨਾ ਅਸੀਂ ਕੀਤੀ ਸੀ ਉਹ ਸਾਰੇ ਸਟੈਪ ਆਪਾਂ ਲਿਖਾਂਗੇ। ਸਭ ਤੋਂ ਪਹਿਲਾਂ ਇੱਕ ਆਧਾਰ BC ਖਿੱਚੋ, ਇੱਕ ਆਧਾਰ BC ਖਿੱਚੋ। ਉਸ ਤੋਂ ਬਾਅਦ बिंदु B उत्ते दिते गए कोण के बराबर कोण XBC बनाओ। बिंदु B उत्ते दिते गए कोण के बराबर एक कोण XBC बनाओ। ठीक है विद्यार्थियों, BC रेखाखंड खिंचण तो बाद असी B बिंदु के उत्ते एक किरण BX खिंचनी है ताकि इत्थे साडे कोल XBC लोड़ींदा कोण दिता होया कोण जिहड़ा वो बन जाए। इस तो बाद किरण BX दे विचों AB जमा AC के बराबर रेखाखंड BD कट लो। ठीक है, BX ਦੇ ਵਿੱਚੋਂ ਇਸ ਕਿਰਨ ਦੇ ਵਿੱਚੋਂ ਜਿੰਨਾ ਸਾਨੂੰ ਇਹ ਜੋੜ ਦੋ ਭੁਜਾਵਾਂ ਦਾ ਦਿੱਤਾ ਗਿਆ ਹੈ ਉਸ ਦੇ ਬਰਾਬਰ ਅਸੀਂ ਇੱਕ ਰੇਖਾਖੰਡ BD ਕੱਟ ਲਵਾਂਗੇ। ਠੀਕ ਹੈ, ਕਿਰਨ BX ਤੋਂ AB जमा AC ਦੇ ਬਰਾਬਰ रेखाखंड BD कट लो। ठीक है, इस तो बाद D ਨੂੰ C ਦੇ ਨਾਲ ਮਿਲਾਓ ਅਤੇ BDC ਦੇ ਬਰਾਬਰ ਕੋਣ DCY ਬਣਾਓ। ठीक है, D ਨੂੰ ਅਸੀਂ C ਦੇ ਨਾਲ ਮਿਲਾਉਣਾ ਹੈ। ਉਸ ਤੋਂ ਬਾਅਦ ਕੋਣ BDC ਦੇ ਬਰਾਬਰ ਅਸੀਂ ਕੋਣ ACD ਜਾਂ DCA ਦੀ ਰਚਨਾ ਕਰਨੀ ਹੈ। ठीक है, DCY ਦੀ ਅਸੀਂ ਰਚਨਾ ਕਰਾਂਗੇ। CY किरण इत्थों खिंचांगे जिहड़ी कि BD रेखाखंड नूं बिंदु A ते कटेगी। ठीक है, तो तीजा जिहड़ा पॉइंट है अपने कोल तीसरा पग है रचना दा
DC ਨੂੰ ਮਿਲਾਓ ਅਤੇ ਕੋਣ BDC ਦੇ ਬਰਾਬਰ ਕੋਣ DCY ਬਣਾਓ ਜਾਂ ਕੋਣ DCY ਦੀ ਰਚਨਾ ਕਰੋ। ਠੀਕ ਹੈ, ਇਸ ਤੋਂ ਬਾਅਦ ਜਦੋਂ ਕੋਣ DCY ਦੀ ਅਸੀਂ ਰਚਨਾ ਕਰਾਂਗੇ ਤਾਂ ਇਹ CY ਜਿਹੜਾ ਕਿਰਨ ਹੈ ਉਹ BD ਨੂੰ ਜਿਸ ਬਿੰਦੂ ਤੇ ਮਿਲਦੀ ਹੈ ਉਸ ਕਾਟ ਬਿੰਦੂ ਦਾ ਨਾਮ ਅਸੀਂ ਬਿੰਦੂ A ਰੱਖ ਦਿਆਂਗੇ। ਅਗਲਾ ਪੁਆਇੰਟ ਨੋਟ ਕਰੋ, ਮੰਨ ਲਓ ਕਿਰਨ CY BX ਨੂੰ ਬਿੰਦੂ A ਤੇ ਕੱਟਦੀ ਹੈ। ਤਦ ਤ੍ਰਿਭੁਜ ABC ਹੀ ਲੋੜੀਂਦੀ ਤ੍ਰਿਭੁਜ ਹੈ। ਲੋੜੀਂਦੀ ਤ੍ਰਿਭੁਜ ਹੈ। ਸੋ ਵਿਦਿਆਰਥੀਓ, ਬਣਾਈ ਗਈ ABC ਤ੍ਰਿਭੁਜ ਕਿਵੇਂ ਲੋੜੀਂਦੀ ਤ੍ਰਿਭੁਜ ਹੈ? ਕੀ ਇਹਦੇ ਵਿੱਚ ਵਾਕਿਆ ਹੀ AB ਤੇ AC ਦਾ ਜੋ ਜੋੜ ਹੈ ਉਹ ਸਾਡੇ ਕੋਲ BD ਦੇ ਸਮਾਨ ਬਣਦਾ ਹੈ, ਠੀਕ ਹੈ ਜਾਂ ਨਹੀਂ? ਆਓ ਇਸ ਨੂੰ ਦੇਖਦੇ ਹਾਂ। ਆਓ ਦੇਖੀਏ ਕਿ त्रिभुज ABC लोड़ींदी त्रिभुज किवें है? लोड़ींदी त्रिभुज किवें है? दिते गए माप अनुसार दिते गए माप अनुसार कोण B ਅਤੇ आधार BC बनाए गए हैं। ठीक है बच्चों, पहली चीज़ तो यह है कि जो भी सानू कोण दिता गया होएगा उहदे अनुसार ही असी कोण B ते आधार भी उस ढंग दे नाल बनाया है। उस तो बाद हुण असी ये सिद्ध करना है कि AB ते AC का जिहड़ा जोड़ है वो साडे कोल BD दे समान बनता है। ठीक है, माप अनुसार कोण B ਅਤੇ आधार BC बनाए गए हैं। त्रिभुज ADC विच कोण ACD बराबर है कोण ADC रचना अनुसार। ठीक है, त्रिभुज ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਕੋਣ ਜਿਹੜਾ ADC ਹੈ ਤੇ ਕੋਣ ACD ਦੋਨੋਂ ਸਮਾਨ ਨੇ, ਕਿਉਂਕਿ ADC ਦਾ ਜਿੰਨਾ ਮਾਪ ਸੀ ਉਨੇ ਹੀ ਮਾਪ ਦਾ ਕੋਣ ਅਸੀਂ ACD ਬਣਾਇਆ ਸੀ। ਕਿਸੇ ਵੀ ਤ੍ਰਿਭੁਜ ਦੇ ਵਿੱਚ ਜੇਕਰ ਦੋ ਕੋਣ ਬਰਾਬਰ ਹੋਣ ਤਾਂ ਉਹਨਾਂ ਦੇ ਸਾਹਮਣੇ ਵਾਲੀਆਂ ਭੁਜਾਵਾਂ ਵੀ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਨੇ। ਤਾਂ ਕੋਣ ADC ਦੇ ਸਾਹਮਣੇ ਵਾਲੀ ਭੁਜਾ AC ਤੇ ਕੋਣ ACD ਦੇ ਸਾਹਮਣੇ ਵਾਲੀ ਭੁਜਾ AD, ਇਹ ਦੋਨੋਂ ਆਪਸ ਦੇ ਵਿੱਚ ਸਮਾਨ ਹੋਣਗੀਆਂ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਭੁਜਾ AD ਬਰਾਬਰ ਹੈ ਭੁਜਾ AC ਦੇ। ठीक है, हुण AB बराबर BD
ਘਟਾਓ AD। ठीक है, डायग्राम ਦੇ ਵਿੱਚ ਅਸੀਂ ਦੇਖ ਸਕਦੇ ਹਾਂ कि ਜਿਹੜਾ ਰੇਖਾਖੰਡ AB ਹੈ ਜਾਂ कह लो कि ABC त्रिभुज ਦੀ ਜਿਹੜੀ ਭੁਜਾ AB है इसका माप BD ਘਟਾਓ AD ਦੇ ਬਰਾਬਰ ਹੈ। ਇਸ ਪੂਰੇ ਰੇਖਾਖੰਡ ਦੇ ਵਿੱਚੋਂ ਜੇਕਰ ਅਸੀਂ AD ਘਟਾ ਦਿੰਦੇ ਹਾਂ ਤਾਂ ਸਾਡੇ ਕੋਲ AB ਦਾ ਮਾਪ ਜਿਹੜਾ ਉਹ ਬਣ ਜਾਵੇਗਾ। ਸੋ AB ਬਰਾਬਰ BD माइनस AD। ठीक है, पर AD जो है ये AC के बराबर है, पर AD बराबर AC है, इसलिए AB बराबर BD माइनस AC। ठीक है, तो ਇਹਦੇ ਵਿੱਚ AD ਦੀ ਜਗ੍ਹਾ ਤੇ ਅਸੀਂ AC ਭਰ ਸਕਦੇ ਹਾਂ ਕਿਉਂਕਿ AD ਦੀ ਕੀਮਤ AC ਦੇ ਬਰਾਬਰ ਹੈ। ਹੁਣ ਅਸੀਂ AC ਨੂੰ ਘਟਾਓ AC ਨੂੰ ਖੱਬੇ ਪਾਸੇ ਲੈ ਕੇ ਜਾਵਾਂਗੇ तो AB जमा AC बराबर BD हो जाएगा। ठीक है विद्यार्थियों, तो यही चीज़ ਆਪਾਂ सिद्ध करनी सी। देखो तीनों चीज़ां इस त्रिभुज ਦੇ ਵਿੱਚ ਪੂਰੀਆਂ ਖਰੀਆਂ ਉਤਰਦੀਆਂ ਨੇ। ਕੋਣ B ਅਸੀਂ ਦਿੱਤਾ ਹੋਇਆ ਕੋਣ ਬਣਾਇਆ ਤੇ BC ਜਿਹੜਾ ਹੈ ਉਹ ਸਾਡੇ ਕੋਲ ਆਧਾਰ ਉਹ ਵੀ ਦਿੱਤਾ ਹੋਇਆ ਸੀ ਤੇ AB ਜਮਾ AC ਦਾ ਜੋ ਜੋੜ ਹੈ ਉਹ ਵੀ ਸਾਡੇ ਕੋਲ BD ਦੇ ਸਮਾਨ ਹੈ ਕਿਉਂਕਿ BD ਨੂੰ ਪਹਿਲਾਂ ਅਸੀਂ AB ਜਮਾ AC ਦੀ ਜੋ ਕੀਮਤ ਹੈ ਉਹਦੇ ਬਰਾਬਰ ਹੀ किरण BX ਦੇ ਵਿੱਚੋਂ ਕੱਟਿਆ ਸੀ। ठीक है, सो सिद्ध ਹੁੰਦਾ है कि त्रिभुज ABC लोड़ींदी त्रिभुज है। ठीक है विद्यार्थियों, तो इस ढंग ਦੇ ਨਾਲ ਅਸੀਂ ਸਿੱਖਿਆ ਕਿ ਦਿੱਤੇ ਹੋਏ ਆਧਾਰ ਦੇ ਇੱਕ ਕੋਣ ਅਤੇ ਬਾਕੀ ਦੀਆਂ ਦੋ ਭੁਜਾਵਾਂ ਦਾ ਜੋੜ ਜੇਕਰ ਸਾਨੂੰ ਦਿੱਤਾ ਹੋਵੇ ਤਾਂ ਤ੍ਰਿਭੁਜ ਦੀ ਰਚਨਾ ਅਸੀਂ ਕਿਵੇਂ ਕਰ ਸਕਦੇ ਹਾਂ। ਠੀਕ ਹੈ, ਹੁਣ ਅਸੀਂ ਇਸੇ ਹੀ ਰਚਨਾ ਦੇ ਉੱਤੇ ਆਧਾਰਿਤ ਇੱਕ ਸਵਾਲ ਕਰਾਂਗੇ ਜਿਹਦੇ ਵਿੱਚ ਆਧਾਰ ਦਾ ਮਾਪ ਵੀ ਸਾਨੂੰ ਦਿੱਤਾ ਹੋਏਗਾ, ਕੋਣ ਵੀ ਆਧਾਰ ਦਾ ਦਿੱਤਾ ਹੋਏਗਾ ਤੇ ਦੋ ਭੁਜਾਵਾਂ ਦਾ ਜੋੜ ਵੀ ਦਿੱਤਾ ਹੋਏਗਾ। ਹਾਂਜੀ ਪਿਆਰੇ ਵਿਦਿਆਰਥੀਓ, ਸਕਰੀਨ ਦੇ ਉੱਤੇ ਤੁਸੀਂ ਰਕਮ ਜਿਹੜੀ ਹੈ ਉਹ ਦੇਖ ਸਕਦੇ ਹੋ। ਇੱਕ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ BC ਬਰਾਬਰ 7 ਸੈਂਟੀਮੀਟਰ, ਕੋਣ B ਬਰਾਬਰ 75 ਡਿਗਰੀ ਅਤੇ AB ਜਮਾ AC ਬਰਾਬਰ 13 ਸੈਂਟੀਮੀਟਰ ਹੋਵੇ। ਠੀਕ ਹੈ, ਭਾਵ ਕਿ ਅਸੀਂ ਇੱਕ ਇਹੋ ਜਿਹੀ ਤ੍ਰਿਭੁਜ ਦੀ ਰਚਨਾ ਕਰਨੀ ਹੈ ਜਿਹਦੇ ਵਿੱਚ ਆਧਾਰ ਸਾਨੂੰ ਦਿੱਤਾ ਹੋਇਆ ਹੈ 7 ਸੈਂਟੀਮੀਟਰ, ਕੋਣ B ਸਾਨੂੰ ਦਿੱਤਾ ਹੋਇਆ, ਉਸ ਤੋਂ ਬਾਅਦ ਤ੍ਰਿਭੁਜ AB ਤੇ AC ਦੋਨਾਂ ਦਾ ਜਿਹੜਾ ਜੋੜ ਹੈ ਉਹ ਵੀ ਸਾਨੂੰ ਦਿੱਤਾ ਹੋਇਆ। ਠੀਕ ਹੈ, ਇਹ ਆਪਾਂ ਰਫ ਦੇ ਵਿੱਚ ਇੱਕ ਬਣਾ ਕੇ ਪਹਿਲਾਂ ਦੇਖ ਸਕਦੇ ਹਾਂ ਕਿ BC ਦੀ ਲੰਬਾਈ ਸਾਨੂੰ 7 ਦਿੱਤੀ ਹੈ ਸੈਂਟੀਮੀਟਰ ਦਿੱਤਾ ਹੈ, AB ਤੇ AC ਦਾ ਜੋੜ ਵੀ ਸਾਨੂੰ 13 ਸੈਂਟੀਮੀਟਰ ਦਿੱਤਾ ਹੈ। ਠੀਕ ਹੈ, तो ਕਿਵੇਂ ਅਸੀਂ ਇਸ ਤ੍ਰਿਭੁਜ ਲੋੜੀਂਦੀ ਤ੍ਰਿਭੁਜ ਦੀ ਰਚਨਾ ਕਰਨੀ ਹੈ, ਆਓ ਸਭ ਤੋਂ ਪਹਿਲਾਂ ਅਸੀਂ ਰਚਨਾ ਦੇਖਦੇ ਹਾਂ, ਫਿਰ ਰਚਨਾ ਦੇ ਪੱਖ ਜਿਹੜੇ ਇੱਕ ਇੱਕ ਕਰਕੇ ਲਿਖਾਂਗੇ। ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ BC ਰੇਖਾਖੰਡ 7 ਸੈਂਟੀਮੀਟਰ ਖਿੱਚਾਂਗੇ ਜੋ ਕਿ ਸਾਡੇ ਕੋਲ ਜਿਸ ਤ੍ਰਿਭੁਜ ਦੀ ਅਸੀਂ ਰਚਨਾ ਕਰਨੀ ਹੈ ਉਸ ਦਾ ਆਧਾਰ ਹੈ। BC 7 ਸੈਂਟੀਮੀਟਰ। ਠੀਕ ਹੈ, ਇਸ ਤੋਂ ਬਾਅਦ ਸਾਨੂੰ ਕੋਣ B ਜਿਹੜਾ ਉਹ 75 ਡਿਗਰੀ ਦਿੱਤਾ ਹੋਇਆ ਹੈ, ਤਾਂ BC ਦੇ ਨਾਲ 75 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ ਅਸੀਂ ਖਿੱਚਾਂਗੇ। ਇਹ ਕੋਣ ਅਸੀਂ ਪ੍ਰਕਾਰ ਦੀ ਮਦਦ ਦੇ ਨਾਲ ਵੀ ਬਣਾ ਸਕਦੇ ਹਾਂ ਤੇ D ਦੀ ਮਦਦ ਦੇ ਨਾਲ ਵੀ ਬਣਾ ਸਕਦੇ ਹਾਂ। ਤੁਸੀਂ ਇਹਨੂੰ ਪ੍ਰਕਾਰ ਦੀ ਮਦਦ ਦੇ ਨਾਲ ਬਣਾਵਾਂਗੇ। पचहत्तर डिग्री का कोण बनाने ਲਈ पहले ਸਾਨੂੰ 90 डिग्री का कोण ਜਿਹੜਾ ਬਣਾਉਣ ਦੀ ਜੋ ਵਿਧੀ ਹੈ ਉਹਨੂੰ ਵਰਤਣਾ ਪਵੇਗਾ। ठीक है, इस बिंदु तो अगे असी दो चापां लगावांगे। सो असी किरण जी BX
ਖਿੱਚੀ ਹੈ ਜੋ ਕਿ BC ਦੇ ਨਾਲ 75 ਡਿਗਰੀ ਦਾ ਕੋਣ ਬਣਾਉਂਦੀ ਹੈ। ਠੀਕ ਹੈ ਵਿਦਿਆਰਥੀਓ, ਹੁਣ ਦੂਸਰੀਆਂ ਦੋਨੋਂ ਭੁਜਾਵਾਂ ਦਾ ਜੋੜ AB ਤੇ AC ਦਾ ਜੋ ਸਾਨੂੰ ਦਿੱਤਾ ਹੋਇਆ ਉਹ 13 ਸੈਂਟੀਮੀਟਰ ਦਿੱਤਾ ਹੋਇਆ। तो ਅਸੀਂ प्रकार की मदद ਦੇ ਨਾਲ 13 ਸੈਂਟੀਮੀਟਰ ਦਾ ਇੱਕ ਰੇਖਾਖੰਡ BX ਕਿਰਨ ਦੇ ਵਿੱਚੋਂ ਕੱਟਾਂਗੇ। ठीक है, तो ਇਹਦੇ ਲਈ प्रकार ਦਾ ਮੂੰਹ ਅਸੀਂ 13 ਸੈਂਟੀਮੀਟਰ ਖੋਲ੍ਹਿਆ ਹੈ। ਇਸ ਬਿੰਦੂ ਦਾ ਨਾਮ ਅਸੀਂ D ਰੱਖ ਲੈਂਦੇ ਹਾਂ। BD ਦੀ ਲੰਬਾਈ ਹੈ ਜੋ ਸਾਡੇ ਕੋਲ 13 ਸੈਂਟੀਮੀਟਰ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ BD ਦੀ ਜਿਹੜੀ ਲੰਬਾਈ ਹੈ ਉਹ AB ਤੇ AC ਦੋਨਾਂ ਭੁਜਾਵਾਂ ਦੇ ਜੋੜ ਦੇ ਬਰਾਬਰ ਹੈ। ਠੀਕ ਹੈ, ਤਾਂ ਹੁਣ D ਨੂੰ ਅਸੀਂ C ਦੇ ਨਾਲ ਮਿਲਾ ਦਿਆਂਗੇ। ਇਸ ਤੋਂ ਬਾਅਦ ਜਿਵੇਂ ਅਸੀਂ ਪਹਿਲਾਂ ਰਚਨਾ ਦੇ ਵਿੱਚ ਸਮਝਿਆ ਸੀ ਕਿ ਜੋ ਜਿੰਨਾ ਵੀ ਸਾਡੇ ਕੋਲ ਕੋਣ ਜਿਹੜਾ BDC ਇੱਥੇ ਬਣੇਗਾ ਓਨਾ ਹੀ ਕੋਣ ਅਸੀਂ CD ਦੇ ਨਾਲ C ਬਿੰਦੂ 'ਤੇ ਬਣਾਉਂਦੀ ਹੋਈ ਇੱਕ ਕਿਰਨ ਖਿੱਚਾਂਗੇ। ਠੀਕ ਹੈ, ਤਾਂ ਉਹਦੇ ਲਈ ਅਸੀਂ ਪਹਿਲਾਂ ਇੱਥੇ ਇੱਕ ਚਾਪ ਜਿਹੜੀ ਉਹ ਲਗਾਵਾਂਗੇ। ਇੰਨੀ ਹੀ ਚਾਪ ਅਸੀਂ ਬਿੰਦੂ C 'ਤੇ ਵੀ ਲਗਾਵਾਂਗੇ। ठीक है, तो कोण BDC ਦੇ ਬਰਾਬਰ ਅਸੀਂ ਕੋਣ ਇੱਥੇ ACD ਜਿਹੜਾ ਉਹ ਬਣਾਉਣ ਲੱਗੇ ਹਾਂ। BDC ਕੋਣ ਦੇ ਬਰਾਬਰ ਕੋਣ ਬਣਾਉਂਦੀ ਇੱਕ ਕਿਰਨ ਅਸੀਂ ਇੱਥੇ CY ਖਿੱਚ ਲਈ ਹੈ। ਠੀਕ ਹੈ, ਇਹ CY ਕਿਰਨ ਜਿਹੜੀ ਹੈ ਉਹ BD ਭੁਜਾ ਨੂੰ ਬਿੰਦੂ A ਤੇ ਕੱਟਦੀ ਹੈ। ਠੀਕ ਹੈ, ਇਹ ਜਿਹੜਾ ਕਾਟ ਬਿੰਦੂ ਇਹਦਾ ਨਾਮ ਅਸੀਂ A ਰੱਖ ਲਿਆ। तो ये जोड़ा साडे कोल ABC त्रिभुज बनया है, ये त्रिभुज ही साडे कोल लोड़ींदा त्रिभुज है। ठीक है, ये देखो असीं देख सकते हैं कि जोड़ा अपने कोल ये दो कोण दोनों बराबर ने, तो ADC त्रिभुज के जेकर दो कोण बराबर ने तो कोणों के सामने वालियां जिहड़ियां भुजावां ने इस BDC कोण के सामने वाली भुजा AC ते ACD कोण के सामने वाली भुजा AD, ये दोनों भी आपस के विच बराबर होणगियां। सो BA जमा AD जो कि BD की लंबाई है वही साडे कोल BA जमा AB AC AB जमा AC की लंबाई बन जाएगी। ठीक है विद्यार्थियों, तो हुण इस रचना के पग आपां देखते हैं। सब तो पहला जो स्टेप है वो क्या, एक रेखाखंड BC 7 सेंटीमीटर लंबा खिंचो। एक रेखाखंड BC 7 सेंटीमीटर 7 सम लंबा खिंचो। दूसरा पग बिंदु B उत्ते 75 डिग्री का कोण बनाउंदी हुई एक किरण BX खिंचो। बिंदु B ते BC नाल 75 डिग्री का कोण बनाउंदी एक किरण BX खिंचो। ठीक है, इस तो बाद तीसरा पॉइंट साडे कोल की सी कि किरण BX दे विचों एक रेखाखंड असी BD कटांगे जिस दी लंबाई AB जमा AC दे बराबर है। ठीक है, किरण BX विचों AB जमा AC दे समान भाव हुण AB जमा AC की कीमत सानू दित्ती हुई है 13 सेंटीमीटर,
ਭਾਵ 13 ਸੈਂਟੀਮੀਟਰ ਲੰਬਾ ਇੱਕ ਰੇਖਾਖੰਡ BD ਕੱਟੋ। ਠੀਕ ਹੈ, ਤਾਂ ਇੱਕ ਰੇਖਾਖੰਡ ਅਸੀਂ BX ਦੇ ਵਿੱਚੋਂ ਪ੍ਰਕਾਰ ਦੀ ਮਦਦ ਦੇ ਨਾਲ BD ਕੱਟਿਆ ਸੀ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਕੋਣ BDC ਦੇ ਬਰਾਬਰ ਕੋਣ ਅਸੀਂ DCA ਦੀ ਰਚਨਾ ਜਾਂ DCY ਦੀ ਰਚਨਾ ਕਰਨੀ ਹੈ। ਠੀਕ ਹੈ, ਚੌਥਾ ਭਾਗ ਸਾਡੇ ਕੋਲ ਹੋਏਗਾ DC ਨੂੰ ਮਿਲਾਓ ਅਤੇ ਕੋਣ BDC ਦੇ ਸਮਾਨ ਕੋਣ DCY ਦੀ ਰਚਨਾ ਕਰੋ। DCY ਦੀ ਰਚਨਾ ਕਰੋ। ਠੀਕ ਹੈ, तो पंजवें पग ਦੇ ਵਿੱਚ ਅਸੀਂ ਲਿਖਾਂਗੇ ਕਿ ਮੰਨ ਲਓ ਕਿਰਨ CY ਰੇਖਾਖੰਡ BD ਨੂੰ ਬਿੰਦੂ A ਤੇ ਕੱਟਦੀ ਹੈ। ਮੰਨ ਲਓ ਕਿਰਨ CY ਰੇਖਾਖੰਡ BD ਨੂੰ ਬਿੰਦੂ A ਉੱਤੇ ਕੱਟਦੀ ਹੈ। ਠੀਕ ਹੈ, तो विद्यार्थियों ABCA ਜਿਹੜੀ ਤ੍ਰਿਭੁਜ ਬਣੀ ਹੈ ਇਹ ਹੀ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ। ਤਦ ਤ੍ਰਿਭੁਜ ABC ਹੀ ਲੋੜੀਂਦੀ ਤ੍ਰਿਭੁਜ ਹੈ। ਠੀਕ ਹੈ ਵਿਦਿਆਰਥੀਓ, ਤੋ ਇਸ ਢੰਗ ਦੇ ਨਾਲ ਅਸੀਂ ਅੱਜ ਦੇ ਇਸ ਲੈਸਨ ਦੇ ਵਿੱਚ ਇਹੋ ਜਿਹੀ ਤ੍ਰਿਭੁਜ ਦੀ ਰਚਨਾ ਕਰਨੀ ਸਿੱਖੀ ਹੈ ਜਿਹਦੇ ਵਿੱਚ ਸਾਨੂੰ ਤ੍ਰਿਭੁਜ ਦਾ ਆਧਾਰ ਦੇ ਉੱਤੇ ਬਣਿਆ ਹੋਇਆ ਇੱਕ ਕੋਣ ਅਤੇ ਦੂਸਰੀਆਂ ਦੋਨੋਂ ਭੁਜਾਵਾਂ ਦਾ ਜੋੜ ਦਿੱਤਾ ਹੋਵੇ। ਠੀਕ ਹੈ, ਸੋ ਵਿਦਿਆਰਥੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਲੈਸਨ ਨੂੰ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ ਅਤੇ ਰਚਨਾਵਾਂ ਨੂੰ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਏਗੀ। ਸੋ ਅੱਜ ਦੇ ਲਈ ਇੰਨਾ ਹੀ। ਇਸ ਤੋਂ ਬਾਅਦ ਫਿਰ ਅਗਲੇ ਲੈਸਨ ਦੇ ਵਿੱਚ ਆਪਾਂ ਹੋਰ ਰਚਨਾਵਾਂ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।